ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ ਪਿਆਰ ਪ੍ਰਤੀ ਸਾਡੀ ਫਤਿਹ ਵੀ ਪ੍ਰਵਾਨ ਹੋਵੇ। ਤੇ ਨਾਲੇ ਅੱਜ ਜਿਹੜੀ ਜਗ੍ਹਾ ਤੇ ਅਸੀਂ ਖੜੇ ਹਾਂ ਨਨਕਾਣਾ ਸਾਹਿਬ ਔਰ 101 ਜਿਹੜੀ ਸ਼ਤਾਬਦੀ ਜਿਹੜੀ ਅਸੀਂ ਮਨਾ ਰਹੇ ਹਾਂ ਨਨਕਾਣਾ ਸਾਹਿਬ ਦੀ। ਪਿਛਲੇ ਸਾਲ ਕੋਵਿਡ ਕਰਕੇ ਇੰਨੀਆਂ ਸੰਗਤਾਂ ਨਹੀਂ ਜਿਹੜੀਆਂ ਇੱਥੇ ਪਹੁੰਚ ਸਕੀਆਂ ਤੇ ਅੱਜ ਸੰਗਤਾਂ ਦਾ ਇੱਥੇ ਹਜੂਮ ਵੀ ਸੀ ਔਰ ਇੱਥੇ ਇੱਕ ਬੜਾ ਸੋਹਣਾ ਪ੍ਰੋਗਰਾਮ ਸੀ। ਉਸ ਇਤਿਹਾਸ ਨੂੰ ਰੈਫਰ ਕਰਦੇ ਹੋਏ, ਉਸ ਇਤਿਹਾਸ ਦੀ ਗੱਲ ਕਰਦੇ ਹੋਏ ਤੇ ਅੱਜ ਜਿਹੜੀ ਜੰਡ ਦੇ ਅੱਗੇ ਅਸੀਂ ਖਲੋਤੇ ਹਾਂ, ਮੈਂ ਜ਼ਰੂਰ ਪਹਿਲਾਂ ਦਿਖਾਉਣਾ ਚਾਹੁੰਦਾ ਕਿ ਉਹ ਜਿਹੜੀ ਜੰਡ ਹੈ ਜਿੱਥੇ ਸਾਡੇ ਸਿੱਖ ਇਤਿਹਾਸ ਦੀਆਂ ਜੜ੍ਹਾਂ ਮਜ਼ਬੂਤ ਹੋਈਆਂ ਔਰ ਜਿਹੜੀ ਸਾਡੀ ਗੁਰਦੁਆਰਾ ਆਜ਼ਾਦੀ ਲਹਿਰ ਹੈ ਉਹ ਭਾਈ ਲਛਮਣ ਸਿੰਘ ਜੀ ਦੀ ਆਜ਼ਾਦੀ ਤੇ ਸਾਕਾ ਨਨਕਾਣਾ ਸਾਹਿਬ ਤੋਂ ਉਜਾਗਰ ਹੁੰਦੀ ਹੈ। ਉਹਦੇ ਤੋਂ ਸ਼੍ਰੋਮਣੀ ਕਮੇਟੀ ਨਿਕਲਦੀ ਹੈ, ਉਹਦੇ ਤੋਂ ਗੁਰਦੁਆਰਾ ਸੁਧਾਰ ਲਹਿਰ ਜਿਹੜਾ ਉਹ ਜ਼ੋਰ ਫੜਦੀ ਹੈ ਤੇ ਉਹਦੇ ਤੋਂ ਸਾਡੇ ਗੁਰਦੁਆਰਿਆਂ ਦੀ ਆਜ਼ਾਦੀ ਦਾ ਜਿਹੜਾ ਉਹ ਮੁੱਢ ਵਜਿਆ ਜਾਂਦਾ ਹੈ। ਸੋ ਅੱਜ ਇਸ ਜੰਡ ਦੇ ਸਾਹਮਣੇ ਖੜੇ ਹਾਂ। ਮੇਰੇ ਨਾਲ ਦੋ ਪਾਕਿਸਤਾਨ ਦੀਆਂ ਅਜਿਹੀਆਂ ਸ਼ਖਸੀਅਤਾਂ, ਭਾਈ ਕਲਿਆਣ ਸਿੰਘ ਜੀ ਜਿਹੜੇ ਕਿ ਇੱਕ ਲੌਤੇ ਸਿੱਖ ਸਕਾਲਰ ਜਿਨ੍ਹਾਂ ਨੇ PhD ਕੀਤੀ ਗੁਰੂ ਨਾਨਕ ਸਾਹਿਬ ਦੇ ਉੱਤੇ, ਪਾਕਿਸਤਾਨ ਦੀ ਧਰਤੀ ਤੇ ਯੂਨੀਵਰਸਿਟੀ ਦੇ ਜਿਹੜੇ ਇੱਕ ਬਹੁਤ ਵੱਡਾ ਜਿਹੜਾ ਯੋਗਦਾਨ, ਖਾਸ ਕਰਕੇ ਇੱਥੇ ਜਿਹੜੀ ਗੁਰੂ ਨਾਨਕ ਯੂਨੀਵਰਸਿਟੀ ਵੀ ਬਣ ਰਹੀ ਉਹਦੇ ਬਾਰੇ ਵੀ ਅਸੀਂ ਥੋੜ੍ਹੀ ਬਹੁਤ ਗੱਲਬਾਤ ਕਰਾਂਗੇ। ਸੋ ਉਹਨਾਂ ਤੋਂ ਜਾਣਾਂਗੇ ਕਿ ਕੀ ਇਸ ਤਰ੍ਹਾਂ ਦਾ ਜਿਹੜਾ ਇੱਥੇ ਹੋ ਰਿਹਾ। ਤੇ ਨਾਲ ਹੀ ਨਾਲ ਇੱਕ ਯੰਗ ਜਨਰੇਸ਼ਨ ਭਾਈ ਮਹਿੰਦਰਪਾਲ ਸਿੰਘ ਜੀ ਜੋ ਕਿ MLA ਨੇ ਪੰਜਾਬ ਦੇ ਵਿੱਚ। ਬੜੀ ਜਾਣ ਕੇ ਤੁਹਾਨੂੰ ਖੁਸ਼ੀ ਹੋਏਗੀ ਕਿ ਜਿੱਥੇ ਅਸੀਂ ਇੱਕ ਮਾਈਕਰੋ ਮਾਈਨੋਰਿਟੀ ਹਾਂ ਉੱਥੇ ਸਾਡੇ ਦੋ MLA ਜਿਹੜੇ ਨੇ ਉਹ ਪੰਜਾਬ ਦੇ ਇਲਾਕੇ ਤੋਂ ਜਿਹੜੇ ਨੇ ਉਹ ਉੱਥੇ ਹੈਗੇ ਨੇ, ਜਿਹੜੇ ਆਪਣੇ ਆਪ ਸਿੱਖਾਂ ਨੂੰ ਵੀ ਪਾਰਲੀਮੈਂਟ 'ਚ ਰੀਪ੍ਰੈਜ਼ੈਂਟ ਕਰਦੇ ਨੇ ਤੇ ਆਪਣੀ ਆਵਾਮ ਨੂੰ ਵੀ ਰੀਪ੍ਰੈਜ਼ੈਂਟ ਕਰਦੇ ਨੇ। ਸੋ ਅਸੀਂ ਅੱਜ ਖਾਸ ਕਰਕੇ ਜਿਹੜਾ ਵਿਸ਼ਾ ਅਸੀਂ ਜੰਡ ਤੇ ਪਹਿਲੇ ਗੱਲ ਕਰਾਂਗੇ। ਸੋ ਭਾਈ ਕਲਿਆਣ ਸਿੰਘ ਜੀ, ਜੰਡ ਦਾ ਇਤਿਹਾਸ ਕੀ ਹੈ ਔਰ ਕੀ ਹੋਇਆ ਉਸ ਵੇਲੇ, ਥੋੜ੍ਹਾ ਜਿਹਾ ਸਾਨੂੰ ਟੂਕ ਮਾਤਰ ਦੱਸੋ। ਤੇ ਨਾਲੇ ਅਸੀਂ ਇਹ ਵੀ ਗੱਲ ਕਰਾਂਗੇ ਕਿ ਫਿਰ 84 ਦੇ ਵਿੱਚ ਕੀ ਹੋਇਆ ਤੇ ਪਹਿਲਾਂ ਜੰਡ ਦੀ। ਜੰਡ ਪਹਿਲੇ ਇਤਿਹਾਸ ਜੰਡ ਤੇ ਵੰਡ ਦੋ ਐਸੇ ਇਤਿਹਾਸਕ ਰੁੱਖ ਨੇ ਜਿਹੜੀ ਪੰਜਾਬ ਦੀ ਧਰਤੀ ਦੀ ਜਿਹੜੀ ਹੈ ਜਿੰਦੀ ਜਾਂਦੀ ਵਸੇਬ ਹੈ, ਇਹਦੀ ਵਸੋਂ ਹੈ, ਇਹਦਾ ਕਲਚਰ ਹੈ ਜਿਹੜਾ ਇਸ ਨਾਲ ਜੁੜਿਆ ਹੋਇਆ ਹੈ ਜੀ। ਸੋ ਉਸ ਦੇ ਨਾਲ ਪਰ ਇਸ ਵਸੋਂ ਨੇ ਹਮੇਸ਼ਾ ਹੀ ਇਸ ਉਹਦੇ ਨਾਲ ਜਿਹੜੀ ਵਸੋਂ ਹੈ ਇਸ ਨਾਲ ਹਮੇਸ਼ਾ ਹੀ ਜਿਹੜੇ ਇੱਥੋਂ ਦੇ ਰਹਿਣ ਵਾਲੇ ਹੈ ਉਹਨਾਂ ਦਾ ਕਰਜ਼ ਅਦਾ ਕੀਤਾ ਹੈ। ਸੋ ਅੱਜ ਵੀ ਅਗਰ ਵੇਖਿਆ ਜਾਵੇ ਤੇ 21 ਫਰਵਰੀ ਸਨ 1921 ਦੇ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਵਿੱਚ ਇਹ ਇੱਕ ਸਾਕਾ ਨਹੀਂ ਹੈ, ਇਹ ਕੌਮ ਦੀ ਦਿਸ਼ਾ ਬਦਲਣ ਵਾਸਤੇ, ਕੌਮ ਨੂੰ ਗੁਲਾਮੀ ਤੋਂ ਛੁਡਾਉਣ ਵਾਸਤੇ, ਕੌਮ ਨੂੰ ਹਿੰਦੂਤਵਾਦੀ ਸੋਚ ਵਿੱਚੋਂ ਕੱਢਣ ਵਾਸਤੇ ਇੱਕ ਸਾਡੀ ਮੰਜ਼ਿਲ ਦਾ ਤਾਇਨ ਕਰ ਦਿੱਤਾ ਹੈ। ਉਸ ਵੇਲੇ ਜਿਸ ਵੇਲੇ ਸਿੱਖਾਂ ਨੂੰ ਹਿੰਦੂ ਧਰਮ ਦਾ ਇੱਕ ਅੰਗ ਮੰਨਿਆ ਜਾਂਦਾ ਸੀ, ਉਸ ਤੋਂ ਸਾਡਾ ਛੁਟਕਾਰਾ ਜਿਹੜਾ ਹੈ 21 ਫਰਵਰੀ ਸਨ 1921 ਦੇ ਵਿੱਚ ਇਸੇ ਦਿਨ ਦੇ ਉੱਤੇ ਇਸੇ ਰੁੱਖ ਥੱਲੇ ਹੋਇਆ। ਸੋ ਇਹ ਇੱਕ ਮੇਰਾ ਖਿਆਲ ਹੈ ਕਿ ਅਸੀਂ ਇਹਨੂੰ ਇੱਕ ਐਕਸੀਡੈਂਟ ਨਾ ਕਹੀਏ, ਇੱਕ ਸਾਕਾ ਨਾ ਕਹੀਏ, ਬਲਕਿ ਸਿੱਖ ਕੌਮ ਦੀ ਦਿਸ਼ਾ ਇਸ ਤੋਂ ਬਦਲੀ ਹੈ। ਵੀਰ ਮਨਪ੍ਰੀਤ ਸਿੰਘ ਜੀ ਨੇ ਤੁਹਾਨੂੰ ਦੱਸਿਆ ਹੀ ਹੈ ਕਿ ਇਸ ਤੋਂ ਬਾਅਦ ਜਿਹੜੀ ਗੁਰਦੁਆਰਾ ਆਜ਼ਾਦ ਲਹਿਰ ਹੋਈ, ਗੁਰਦੁਆਰਾ ਸੁਧਾਰ ਲਹਿਰ ਇਸ ਤੋਂ ਨਿਕਲੀ ਹੈ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੀ ਹੈ ਉਹ ਵੀ ਇਸ ਤੋਂ ਬਾਅਦ ਹੀ ਬਣੀ ਹੈ ਸਿੱਖਾਂ ਦੇ ਉਹਦੇ ਉੱਤੇ। ਫਿਰ ਇਸ ਤੋਂ ਬਾਅਦ ਸਿੱਖ ਰਹਿਤ ਮਰਿਆਦਾ ਵੀ ਜਿਹੜੀ ਹੈ, ਅਸਲ ਜਿਹੜੀ ਕਹਾਣੀ ਹੈ ਕਿ ਸਿੱਖ ਰਹਿਤ ਮਰਿਆਦਾ ਵੀ, ਸਿੱਖ ਦੀ ਇੰਟਰੋਡਕਸ਼ਨ ਜਿਹੜੀ ਹੈ ਉਹ ਇਸ ਤੋਂ ਬਾਅਦ ਬਣੀ ਹੈ। ਉਹ ਇਸੇ ਵਾਕਿਏ ਨੇ ਬਣਾ ਕੇ ਦਿੱਤੀ ਹੈ, ਸਾਡੇ ਸਾਰੇ ਸਮੁੱਚੀ ਸਿੱਖ ਕੌਮ ਨੂੰ ਹਿੰਦੂਤਵਾਦੀ ਸੋਚ ਤੋਂ ਵਿੱਚੋਂ ਕੱਢ ਕੇ ਸਿੱਖ ਨੂੰ ਇੱਕ ਕੌਮ ਦੇ ਰੂਪ ਵਿੱਚ ਬਣਾਇਆ ਹੈ ਸਾਕਾ ਸ੍ਰੀ ਨਨਕਾਣਾ ਸਾਹਿਬ ਨੇ। ਸੋ ਬਿਲਕੁਲ ਜਿਸ ਤਰ੍ਹਾਂ ਭਾਈ ਕਲਿਆਣ ਸਿੰਘ ਜੀ ਨੇ ਦੱਸਿਆ, ਇਹ ਜਿਹੜੀ ਜੰਡ ਹੈ ਇੱਥੇ ਭਾਈ ਲਛਮਣ ਸਿੰਘ ਜੀ ਧਾਰੋਵਾਲ ਜਿਹੜੇ ਕਿ ਮੁਖੀ ਸਨ ਉਸ ਵੇਲੇ ਜਥੇ ਦੇ, ਉਹਨਾਂ ਨੂੰ ਉਲਟਾ ਲਟਕਾ ਕੇ ਔਰ ਇੱਥੇ ਜਿੰਦਾ ਜਿਹੜਾ ਉਸ ਜੰਡ ਨਾਲ ਬੰਨ੍ਹ ਕੇ ਸਾੜਿਆ ਗਿਆ ਸੀ। ਪਰ ਉਹ ਜਿਹੜੀ ਕੁਰਬਾਨੀ ਹੈ ਉਹ ਵਿਅਰਥ ਨਹੀਂ ਗਈ, ਉਹਨਾਂ ਦਾ ਡੁੱਲਿਆ ਖੂਨ ਵਿਅਰਥ ਨਹੀਂ ਗਿਆ। ਉਹ ਆਜ਼ਾਦੀ ਦੀ ਅਜਿਹੀ ਪਿੜ ਪਾ ਗਿਆ, ਉਹ ਅਜਿਹੀ ਨੀਂਹ ਰੱਖ ਗਿਆ ਜਿਹਦੇ ਤੋਂ ਜਿਹੜੀ ਹੈ ਆਜ਼ਾਦੀ ਦੀ ਗੱਲ, ਜਿਹੜੀ ਗੁਰਦੁਆਰਿਆਂ ਦੀ ਆਜ਼ਾਦੀ ਦੀ, ਔਰ ਜੇ ਮੈਂ ਗਲਤ ਨਾ ਕਵਾਂ ਤੇ ਕਿ ਨਾ ਹੀ ਕੇਵਲ ਗੁਰਦੁਆਰਿਆਂ ਦੀ ਆਜ਼ਾਦੀ ਬਲਕਿ ਜਿਹੜਾ ਅੰਗਰੇਜ਼ਾਂ ਦੀ ਗੁਲਾਮੀ ਤੋਂ ਛੁਡਾਉਣ ਦਾ ਜਿਹੜਾ ਸਾਕੇ ਨੇ ਜਿਹੜਾ ਰੋਲ ਪਲੇ ਕੀਤਾ ਉਹ ਬੜਾ ਪ੍ਰੋਮੀਨੈਂਟ ਸੀ ਜੀ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਇਕੱਲੇ ਇਹ ਨਹੀਂ ਕਹਿ ਸਕਦੇ ਹਾਂ ਕਿ ਸਾਡਾ ਇੱਕ ਅਸੀਂ ਕਿਸੇ ਦੂਸਰੀ ਕੌਮ ਤੋਂ ਵੱਖਰੇ ਹੋਏ ਹਾਂ, ਬਲਕਿ ਹਿੰਦੁਸਤਾਨ ਪਾਕਿਸਤਾਨ ਦੀ ਆਜ਼ਾਦੀ ਦਾ ਜਿਹੜਾ ਖੂਨ ਹੈ ਉਹ ਕੋਈ ਸ਼ੱਕ ਨਹੀਂ ਹੈ ਕਿ 95% ਸਿੱਖਾਂ ਨੇ ਪੰਜਾਬੀਆਂ ਨੇ ਦਿੱਤਾ ਹੈ, 85% ਸਿੱਖਾਂ ਨੇ ਦਿੱਤਾ ਹੈ। ਸੋ ਇਹ ਉਹ ਸਾਕਾ ਹੈ ਜਿਹਦੀ ਵਜ੍ਹਾ ਤੋਂ ਹੀ ਹਿੰਦੁਸਤਾਨ ਪਾਕਿਸਤਾਨ ਦੀ ਆਜ਼ਾਦੀ ਹੋਈ ਹੈ। ਆਜ਼ਾਦੀ ਦਾ ਬਹੁਤ ਬਹੁਤ ਧੰਨਵਾਦ ਕਲਿਆਣ ਸਿੰਘ ਜੀ। ਮੈਂ ਹਾਂਜੀ ਭਾਈ ਸਾਹਿਬ ਆ ਜਾਓ, ਤੁਸੀਂ ਇੱਧਰ ਆ ਜਾਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਨੂੰ ਇੱਕ ਦੱਸਾਂ 84 ਦਾ ਵਾਕਿਆ। ਮੈਂ ਤੇ ਇੱਥੇ ਵੇਖਿਆ ਅੱਖੀ ਡਿੱਠਾ ਸੇਵਾਦਾਰ
ਮਹਿੰਦਰਪਾਲ ਸਿੰਘ ਪਿਤਾ ਜੀ ਗ੍ਰੰਥੀ ਸੀ, ਮੈਂ ਸੇਵਾਦਾਰ ਸੀ। ਤੇ 84 ਜਦੋਂ ਅਟੈਕ ਹੋਇਆ ਦਰਬਾਰ ਸਾਹਿਬ ਤੇ ਨਾ, ਉਦੋਂ ਇੱਥੇ ਖੂਨ ਦੇ ਛੱਟੇ ਆਉਂਦੇ ਸਨ, ਇਸ ਤੋਂ ਨਿਕਲਦੇ ਸਨ। ਉਹ ਉਦੋਂ ਇਸ ਤਰ੍ਹਾਂ ਤੜਾ ਸੀ। ਮੈਂ ਸਵੇਰੇ ਆ ਕੇ ਪੁੱਛਿਆ ਮਾਮਾ ਜੀ, ਮੇਰੇ ਮਾਮੂ ਸੀ, ਮੈਂ ਮਾਮਾ ਜੀ ਕੀ ਹੋਇਆ? ਉਹ ਵੇਖ ਕੇ ਕਹਿੰਦੇ ਬੇਟਾ ਇਹ ਸ਼ਹੀਦਾਂ ਨੇ ਖੂਨ ਜੋਸ਼ ਕੀਤਾ। ਉਹ 1 ਜੂਨ 3 2 ਜੂਨ 3 ਜੂਨ 4 ਜੂਨ ਤੱਕ ਮੈਂ ਆਪਣੇ ਅੱਖਾਂ ਨਾਲ ਵੇਖਿਆ, ਤਾਂ ਨਾ ਸਾਫ਼ ਕੀਤਾ। ਉਸ ਵਕਤ ਸਾਡੇ ਗੁੰਬਦ ਸ਼ਹੀਦ ਹੋਇਆ ਸੀ, ਯਾਨੀ ਪ੍ਰਤਾਪ ਸਿੰਘ ਇੱਥੇ ਰਹਿੰਦਾ ਸੀ ਤੇ ਮਾਮਾ ਰਵੀ ਸਿੰਘ, ਮੈਂ ਅਸੀਂ ਦੋਵੇਂ ਆ ਕੇ ਵੇਖਿਆ, ਇਹਨਾਂ ਅੱਖਾਂ ਨਾਲ ਤੇ ਇਹਨਾਂ ਹੱਥਾਂ ਨਾਲ ਸਾਫ਼ ਕੀਤਾ। ਇਹ ਮੇਰੇ ਆਉਂਦੇ ਵਾਕਿਆ ਉਦੋਂ ਮੈਂ ਵਰਤੇ ਹੋਏ ਸੀ। ਸੋ ਸੰਗਤ ਜੀ ਇੱਕ ਗੱਲ ਜ਼ਰੂਰ ਨੋਟ ਕਰ ਲਈ ਆਪਾਂ, 1984 ਜਦੋਂ ਦਰਬਾਰ ਸਾਹਿਬ ਤੇ ਅਟੈਕ ਹੁੰਦਾ, ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਜਾਂਦਾ, ਅਨੇਕਾਂ ਸਿੰਘਾਂ ਯਾਤਰੀਆਂ ਨੂੰ ਸ਼ਹੀਦ ਕੀਤਾ ਜਾਂਦਾ ਅੱਤਵਾਦੀ ਕਹਿ ਕੇ। ਉਸ ਦਿਨ ਨਾ ਕੇਵਲ ਅਸੀਂ ਸਾਰੇ ਰੋ ਰਹੇ ਸੀ ਖੂਨ ਦੇ ਅਥਰੂ, ਨਾ ਕੇਵਲ ਸ਼ਹੀਦਾਂ ਦਾ ਖੂਨ ਅੰਮ੍ਰਿਤਸਰ 'ਚ ਜਿਹੜਾ ਉਹ ਡੁੱਲ ਰਿਹਾ ਸੀ, ਬਲਕਿ ਨਨਕਾਣਾ ਸਾਹਿਬ ਦੀ ਇਹ ਸ਼ਹੀਦਾਂ ਦੀ ਗਵਾਹੀ ਭਰਦੀ ਹੋਈ ਜੰਡ ਵੀ ਜਿਹੜਾ ਉਹ ਆਪਣਾ ਖੂਨ ਜਿਹੜਾ ਦੇ ਰਹੀ ਸੀ। ਔਰ ਉਸ ਦਿਨ ਕਹਿੰਦੇ ਨੇ ਵੀ ਜਿਹੜਾ ਨਨਕਾਣਾ ਸਾਹਿਬ ਦਾ ਗੁੰਬਦ ਵੀ ਜਿਹੜਾ ਇੱਕ ਜਿਹੜਾ ਉਹ ਸ਼ਹੀਦ ਹੋਇਆ, ਡਿੱਗਿਆ। ਸੋ ਜਿਹੜਾ ਨਾ ਹੀ ਕੇਵਲ ਕਹਿੰਦੇ ਨੇ ਵੀ ਹਿਰਦੇ ਜਿਹੜੇ ਨੇ ਤਾਰ-ਤਾਰ ਸਨ, ਸਾਡੇ ਇਤਿਹਾਸਕ ਸਥਾਨ ਵੀ ਤਾਰ-ਤਾਰ ਸਨ ਕਿ ਇੱਕ ਵਾਰੀ ਤਾਂ ਸ਼ਹੀਦੀਆਂ ਦੇ ਰਹੇ ਹਾਂ, ਅੱਜ ਫਿਰ ਸ਼ਹੀਦੀਆਂ ਹੋ ਰਹੀਆਂ ਨੇ। ਸੋ ਮੈਂ ਆਪਣੇ ਅਜ਼ੀਜ਼ ਜਿਹੜੇ ਨੇ ਮਹਿੰਦਰਪਾਲ ਸਿੰਘ ਜੀ, ਅਸੀਂ ਤੁਹਾਡੇ ਨਾਲ ਉਸ ਬਾਰੇ ਵੀ ਗੱਲ ਕਰਾਂਗੇ ਜਿਹੜੀ ਘਟਨਾ ਨੂੰ ਭਾਈ ਸਾਹਿਬ ਨੇ ਹੁਣੇ ਦੱਸਿਆ। ਤੁਹਾਡੇ ਖੁਦ ਪਿਤਾ ਜੀ ਔਰ ਭਾਈ ਸਾਹਿਬ ਨੇ ਇਕੱਠੇ ਰਲ ਕੇ ਇੱਥੇ, ਤੁਸੀਂ ਕੀ ਸਮਝਦੇ ਹੋ ਐਜ਼ ਅ ਯੰਗਸਟਰ, ਤੁਹਾਡੇ ਤੇ ਕੀ ਬੀਤੀ ਜਦੋਂ 1984 ਵਿੱਚ ਭਾਰਤ, ਜਿਸ ਨੂੰ ਕਿ ਬਹੁਤ ਆਸਿਕ ਕਹਿੰਦਾ ਕਿ ਇਹ ਮੇਰਾ ਦੇਸ਼ ਹੈ, ਤੇ ਉਹ ਸਭ ਤੋਂ ਸਾਡੇ ਮੁਕੱਦਸ ਸਥਾਨ ਦੇ ਉੱਤੇ ਹੀ ਹਮਲਾ ਕਰ ਦਿੱਤਾ ਹੋਵੇ, ਔਰ ਸਾਡੀ ਸਭ ਤੋਂ ਮੁਕੱਦਸ ਜਿਹੜੀ ਸਾਡੇ ਰਾਜ ਦਾ ਪ੍ਰਤੀਕ ਹੈ, ਜਿਹੜੀ ਇਮਾਰਤ, ਕੇਵਲ ਇਮਾਰਤ ਨਹੀਂ ਬਲਕਿ ਸਿਧਾਂਤ ਅਕਾਲ ਤਖਤ, ਉਹਨੂੰ ਢਹਿ ਢੇਰੀ ਕੀਤਾ ਗਿਆ, ਤੁਹਾਡੇ ਇੱਥੇ ਦਿਲਾਂ ਤੇ ਕੀ ਬੀਤੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਮੈਂ ਤੁਹਾਡਾ ਤੇ ਵਰਲਡ ਸਿੱਖ ਪਾਰਲੀਮੈਂਟ ਦਾ ਧੰਨਵਾਦ ਕਰਦਾ ਕਿ ਤੁਸੀਂ ਨਨਕਾਣਾ ਸਾਹਿਬ ਦੀ ਧਰਤੀ ਉੱਤੇ ਆਏ, ਔਰ ਅੱਜ ਦੇ ਦਿਹਾੜੇ ਵੱਲ ਤੇ ਤੁਸੀਂ ਅੱਜ ਦੇ ਦਿਨ ਦੇ ਜੋ ਸ਼ਹੀਦ ਸਨ 101 ਸਾਹਿਬ ਪਹਿਲੇ ਜਿਹਨਾਂ ਦੇ ਸ਼ਹਾਦਤਾਂ ਹੋਈਆਂ, ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੁਸੀਂ ਇੱਥੇ ਆਏ ਹੋ। ਮੈਂ ਅੱਜ ਦੇ ਤੁਹਾਡੇ ਚੈਨਲ ਦੇ ਤੁਹਾਡੇ ਇਸ ਵੀਡੀਓ ਦੇ ਰਾਹੀਂ ਪੂਰੀ ਦੁਨੀਆ ਦੀ ਸਿੱਖ ਸੰਗਤਾਂ ਨੂੰ ਦੱਸਣਾ ਚਾਹੁੰਦਾ ਕਿ ਜਦੋਂ 1921 ਦੇ ਵਿੱਚ ਸਿੱਖਾਂ ਦੇ ਉੱਤੇ ਗੁਰੂ ਨਨਕਾਣਾ ਸਾਹਿਬ ਦੀ ਬੇਅਦਬੀ ਹੋ ਰਹੀ ਸੀ, ਔਰ ਸਿੱਖਾਂ ਨੇ ਭਾਈ ਲਛਮਣ ਸਿੰਘ ਦੀ ਅਗਵਾਈ ਦੇ ਵਿੱਚ ਸ਼ਹਾਦਤਾਂ ਦੇ ਕੇ ਇਸ ਗੁਰਦੁਆਰੇ ਨੂੰ ਆਜ਼ਾਦ ਕੀਤਾ। ਔਰ ਉਸ ਟਾਈਮ ਤੋਂ ਬਾਅਦ ਸਾਰੇ ਰਹਿਤ ਮਰਿਆਦਾ, ਸਾਰੇ ਕਮੇਟੀਆਂ, ਸਭ ਕੁਝ ਉਸ ਤੋਂ ਬਾਅਦ ਬਣਨਾ ਸ਼ੁਰੂ ਹੋਇਆ ਕਿ ਅਸੀਂ ਗੁਰਧਾਮਾਂ ਦੀ ਸੰਭਾਲ ਕਰਨੀ ਹੈ। ਲੇਕਿਨ ਉਸ ਤੋਂ ਗੁਰਧਾਮਾਂ ਦੀ ਸੰਭਾਲ ਕਰਦੇ ਕਰਦੇ 1984 ਦੇ ਵਿੱਚ ਜੋ ਸਿੱਖਾਂ ਦੇ ਉੱਤੇ ਜ਼ੁਲਮ ਵਾਪਰਿਆ, ਔਰ ਪੂਰੀ ਦੁਨੀਆ ਦੇ ਵਿੱਚ ਸਿੱਖ ਉਸ ਵਕਤ ਖੂਨ ਦੇ ਆਂਸੂ ਰੋ ਰਿਹਾ ਸੀ। ਔਰ ਜਿਵੇਂ ਤੁਸੀਂ ਪਹਿਲੇ ਦੱਸਿਆ ਕਿ ਮੇਰੇ ਡੈਡੀ ਉਸ ਟਾਈਮ ਗਿਆਨੀ ਰਵੇਲ ਸਿੰਘ ਉਸ ਟਾਈਮ ਗ੍ਰੰਥੀ ਸਨ ਨਨਕਾਣਾ ਸਾਹਿਬ ਦੇ, ਔਰ ਉਹ ਪਹਿਲੇ ਹੈੱਡ ਗ੍ਰੰਥੀ ਪਾਕਿਸਤਾਨੀ ਹੈ, ਕਿਉਂਕਿ ਉਸ ਵਕਤ ਦੇ ਜਿਹੜੇ ਹੈੱਡ ਗ੍ਰੰਥੀ ਸਨ ਗਿਆਨੀ ਪ੍ਰਤਾਪ ਸਿੰਘ, ਉਹ ਇੰਡੀਆ ਤੋਂ ਆਉਂਦੇ ਸਨ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਸਨ। ਮੇਰੇ ਡੈਡੀ ਜਿਹੜੇ ਸਨ ਉਹ ਪਹਿਲੇ ਪਾਕਿਸਤਾਨੀ ਹੈੱਡ ਗ੍ਰੰਥੀ ਨਨਕਾਣਾ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਉਹ, ਤੇ ਇਕਲੌਤੇ MP ਹੁਣ ਤੁਸੀਂ ਮੀਰੀ ਪੀਰੀ ਨੂੰ ਸੰਭਾਲ ਕੇ ਪਰਿਵਾਰ ਨੇ ਰੱਖਿਆ। ਇਸ ਦਰ ਦੀ ਸੇਵਾ ਦਾ ਮੈਂ ਸਮਝਦਾ ਕਿ ਜੋ ਸੇਵਾ ਸੀ ਕੀਤੀ ਉਹ ਗੁਰੂ ਨਾਨਕ ਪਾਤਸ਼ਾਹ ਦੀ ਕਰੋ ਤੋਂ ਉਹ ਵਡਿਆਈਆਂ ਮਿਲਦੀਆਂ ਰਹੀਆਂ ਨੇ। ਔਰ ਇਸ ਜਗ੍ਹਾ ਦੇ ਉੱਤੇ ਖੂਨ ਦੇ ਨਿਸ਼ਾਨ ਜੋ ਸਨ ਕਾਫੀ ਅਰਸੇ ਤੱਕ ਉਹ ਲੱਗੇ ਰਹੇ ਨੇ। ਹੁਣ ਵੀ ਅਗਰ ਤੁਸੀਂ ਪਰਲੇ ਪਾਸੇ ਦੇਖੋ ਤੇ ਥੋੜੇ ਜਿਹੇ ਨਿਸ਼ਾਨਾਤ ਜਿਹੜੇ ਨੇ ਉਹ ਡਾਰਕ ਕਲਰ, ਥੋੜਾ ਜਿਹਾ ਉੱਥੋਂ ਡਾਰਕ ਹੈ। ਤੇ ਇੱਥੇ ਅਸੀਂ ਕਿਉਂਕਿ 84 ਦੇ ਵਿੱਚ ਤਾਂ ਮੈਂ ਨਹੀਂ ਸੀ, ਮੇਰੀ 87 ਦੀ ਬਰਥ ਹੈ, ਲੇਕਿਨ ਅਸੀਂ ਡੈਡੀ ਕੋਲੋਂ ਸੁਣਿਆ ਇੱਥੇ ਦੀ ਜਦੋਂ ਸੇਵਾ ਕਰਦੇ ਸੀ, ਇੱਥੇ ਦਾ ਥੜਾ ਵੀ ਚੇਂਜ ਸੀ। ਬਾਅਦ 'ਚ ਇਹਨੂੰ ਥੋੜ੍ਹਾ ਜਿਹਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਪੰਜਾਬੀ ਸਿੱਖ ਸੰਗਤ ਨੇ ਇਹਨੂੰ ਥੋੜ੍ਹਾ ਜਿਹਾ ਸੈੱਟ ਕੀਤਾ, ਰੈਨੋਵੇਟ ਕੀਤਾ। ਮੈਂ ਸਮਝਦਾ ਕਿ ਸਾਡੇ ਜੋ ਇਤਿਹਾਸ ਨੇ, ਜਿਹੜੀ ਸਾਡੀ ਸ਼ਹੀਦ ਨੇ, ਸਾਨੂੰ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ। ਉਹਨਾਂ ਦੀ ਯਾਦਾਂ ਨਾਲ ਹੀ ਅਸੀਂ ਆਪਣੀ ਸਿੱਖੀ ਦੀ ਸੰਭਾਲ ਕਰ ਸਕਦੇ ਹਾਂ। ਸਾਡੇ ਪਹਿਲੇ ਸ਼ਹੀਦ ਗੁਰੂ ਅਰਜਨ ਦੇਵ ਜੀ ਸਨ, ਉਹਨਾਂ ਨੇ ਪੂਰਾ ਪਰਿਵਾਰ ਵਾਰਿਆ। ਉਸ ਤੋਂ ਬਾਅਦ ਸਿੱਖਾਂ ਦੀ ਦੁਨੀਆ ਦਾ ਕੋਈ ਐਸਾ ਧਰਮ ਨਹੀਂ ਜਿਹਦਾ ਦੀ ਸਾਰੀਆਂ ਚੀਜ਼ਾਂ ਸ਼ਹਾਦਤਾਂ ਨੇ, ਔਰ ਹਮੇਸ਼ਾ ਉਹ ਆਪਣੇ ਹੱਕ ਵਾਸਤੇ ਲੜਦੀ ਆਈ ਹੈ, ਕਦੀ ਵੀ ਕੰਪਰੋਮਾਈਜ਼ ਨਹੀਂ ਕੀਤਾ ਹਮੇਸ਼ਾ। ਔਰ ਸਾਨੂੰ ਹੁਣ ਵੀ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ। ਸਾਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਸਿੱਖਣਾ ਚਾਹੀਦਾ, ਸਾਨੂੰ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਸਿੱਖਣਾ ਚਾਹੀਦਾ, ਸਾਨੂੰ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਸਿੱਖਣਾ ਚਾਹੀਦਾ, ਔਰ ਸਾਨੂੰ ਉਸ ਤੋਂ ਬਾਅਦ ਸਾਡੇ ਸਿੱਖ ਲੀਡਰਾਂ ਦੀ ਸ਼ਹਾਦਤ ਤੋਂ ਸਿੱਖਣਾ ਚਾਹੀਦਾ ਕਿ ਅਸੀਂ ਆਪਣੀ ਹੱਕ ਵਾਸਤੇ, ਆਪਣੀ ਆਜ਼ਾਦੀ ਵਾਸਤੇ, ਆਪਣੀ
ਜਿਹੜੀ ਸਾਡੀ ਇੱਕ ਮੈਂ ਸਮਝਦਾ एकता ਵਾਸਤੇ ਸਾਨੂੰ ਖੜਾ ਹੋਣਾ ਚਾਹੀਦਾ ਹੈ, ਲੜਨਾ ਚਾਹੀਦਾ ਹੈ। ਔਰ ਸਭ ਤੋਂ ਵੱਧ ਕੇ ਜੋ ਸਾਡੀ ਸਿੱਖਾਂ ਦੀ ਖੁਦਦਾਰੀ ਹੈ, ਖੁਦਦਾਰੀ ਵਾਸਤੇ ਸਾਨੂੰ ਜ਼ਰੂਰ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ। ਸਾਨੂੰ ਸਟਰਗਲ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੀ ਜੋ ਸਾਡੀ ਪਹਿਚਾਨ ਹੈ, ਜੋ ਗੁਰੂ ਸਾਹਿਬਾਨ ਨੇ ਸਾਨੂੰ ਦਿੱਤੀ ਹੈ, ਉਹ ਅਸੀਂ ਨਾ ਭੁੱਲੀਏ। ਜੋ ਸ਼ਹੀਦਾਂ ਨੇ ਜੋ ਆਪਣੀਆਂ ਜ਼ਿੰਦਗੀਆਂ ਵਾਰ ਕੇ ਆਪਣੇ ਬੱਚਿਆਂ ਦੀ ਜ਼ਿੰਦਗੀਆਂ ਜੋ ਹੈ ਉਹਨਾਂ ਦੀ ਉੱਤੇ ਆਪਣਾ ਜੋ ਛਤਰ ਛਾਇਆ ਸੀ ਉਹ ਖਤਮ ਕਰਕੇ ਸਾਡੇ ਵਾਸਤੇ ਜੋ ਸ਼ਹਾਦਤਾਂ ਦਿੱਤੀਆਂ ਨੇ, ਸਾਨੂੰ ਉਸ ਜੋ ਤਹਿਰੀਕ ਸੀ, ਉਹ ਜੋ ਮੂਵਮੈਂਟ ਸਨ, ਉਹਨਾਂ ਨੂੰ ਅੱਗੇ ਲੈ ਕੇ ਚੱਲਣਾ ਚਾਹੀਦਾ ਜੀ। ਬਹੁਤ ਵੱਡੀਆਂ ਗੱਲਾਂ ਸਾਡੇ, ਔਰ ਦਿਲ ਬੜਾ ਖੁਸ਼ ਹੁੰਦਾ ਜਦੋਂ ਬਾਹਰ ਦੀ ਧਰਤੀ ਤੇ ਅਸੀਂ ਦੇਖਦੇ ਹਾਂ ਜਿੱਥੇ ਅਸੀਂ ਮਾਈਕਰੋ ਮਾਈਨੋਰਿਟੀਆਂ, ਉੱਥੇ ਭਾਈ ਸਾਹਿਬ ਜਿੱਥੇ ਨਾ ਕੇਵਲ ਸਿੱਖਾਂ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਪਰ ਸਿੱਖੀ ਫਲਸਫੇ ਦੀ ਗੱਲ ਇੱਥੋਂ ਦੀ ਪਾਰਲੀਮੈਂਟ ਵਿੱਚ, ਇੱਥੋਂ ਦੇ ਹਾਊਸ ਦੇ ਵਿੱਚ ਕਰਦੇ ਨੇ। ਔਰ ਜਿਹੜੀਆਂ ਗੱਲਾਂ ਕੀਤੀਆਂ ਕਿ ਖੁਦ ਮੁਖਤਿਆਰੀ ਆਪਣੀ ਛੱਡ ਕੇ, ਆਪਣੀ ਆਜ਼ਾਦੀ ਛੱਡ ਕੇ, ਆਪਣੀ ਆਜ਼ਾਦ ਹਸਤੀ ਛੱਡ ਕੇ, ਆਪਣੀ ਵਿਲੱਖਣ ਪਹਿਚਾਣ ਛੱਡ ਕੇ ਅਸੀਂ ਖਤਮ ਹੋ ਜਾਂਦੇ ਹਾਂ, ਅਸੀਂ ਕੁਛ ਨਹੀਂ ਰਹਿੰਦੇ। ਸੋ ਉਸ ਦੇ ਲਈ ਜੱਦੋ ਜਹਿਦ ਜਿਹੜੀ ਹੈ ਉਹ ਸਦਾ ਜਾਰੀ ਰਹੇ। ਸ਼ਹੀਦਾਂ ਦੀ ਇਹਨਾਂ ਨੇ ਗੱਲ ਕੀਤੀ ਹੈ, ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ। ਜਿਸ ਤਰ੍ਹਾਂ ਭਾਈ ਲਛਮਣ ਸਿੰਘ ਜੀ ਨੇ ਆਪਣਾ ਖੂਨ ਡੋਲਿਆ, ਉਹਨਾਂ ਦੇ ਜਥੇ ਨੇ ਖੂਨ ਡੋਲਿਆ, ਤਕਦੀਰ ਬਦਲ ਗਈ, ਫਲਸਫਾ ਬਦਲ ਗਿਆ, ਸਮਾਂ ਬਦਲ ਗਿਆ। ਇਸ ਜੰਡ ਦੇ ਅਖੀਰਲੇ ਦਰਸ਼ਨ ਮੈਂ ਕੈਮਰਾਮੈਨ ਨੂੰ ਜ਼ਰੂਰ ਕਹਾਂਗਾ ਵੀ ਘੁਮਾ ਕੇ ਅਸੀਂ ਦਿਖਾ ਦਈਏ ਕਿ ਇਹ ਜਿਹੜੀ ਜੰਡ ਹੈ ਇਹ ਹਜ਼ਾਰਾਂ ਹੀ ਸਾਲਾਂ ਤੱਕ ਇਸ ਸਿੱਖ ਕੌਮ ਨੂੰ ਛਾਂ ਦਿੰਦੀ ਰਹੇਗੀ, ਕਿਉਂਕਿ ਇਸ ਜੰਡ ਦੇ ਵਿੱਚ ਸਾਡੇ ਸ਼ਹੀਦਾਂ ਦਾ ਖੂਨ ਹੈ। 1921 ਦੇ ਵਿੱਚ ਇੱਥੇ ਸ਼ਹੀਦੀ ਹੋਈ, ਪਰ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਇਸ ਜੰਡ ਨੇ ਆਪਣੇ ਆਪ ਇੱਕ ਵਾਰੀ ਫਿਰ ਖੂਨ ਵਹਾਇਆ। ਬਹੁਤ ਸਾਰੇ ਜਿਹੜੇ ਸੋਰਸਿਸ ਨੇ ਉਹ ਸਾਨੂੰ ਦੱਸਦੇ ਨੇ। ਤੁਹਾਡੇ ਸਾਹਮਣੇ ਗ੍ਰੰਥੀ ਸਾਹਿਬ ਔਰ ਭਾਈ ਸਾਹਿਬ ਮਹਿੰਦਰਪਾਲ ਸਿੰਘ ਜੀ ਦੇ ਪਿਤਾ ਜੀ ਨੇ ਜਿਹੜਾ ਉਹਨਾਂ ਨੇ ਜੋ ਆਪਣਾ ਅੱਖੀ ਡਿੱਠਾ ਵਾਕਿਆ ਸੀ ਉਹ ਸਾਡੇ ਨਾਲ ਸਾਂਝਾ ਕੀਤਾ। ਸੋ ਪਾਕਿਸਤਾਨ ਦੀ, ਸਾਡੇ ਨਾਨਕ ਸਾਹਿਬ ਦੀ, ਗੁਰੂ ਨਾਨਕ ਸਾਹਿਬ ਦੀ ਗੋਦ ਦੇ ਵਿੱਚ ਅੱਜ ਸਾਡੀ ਟੀਮ ਇੱਥੇ ਵਰਲਡ ਸਿੱਖ ਪਾਰਲੀਮੈਂਟ ਦੀ ਪਹੁੰਚੀ। ਅਸੀਂ ਗੁਰੂ ਸਾਹਿਬ ਦਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਇਹਨਾਂ ਸਿੱਖਾਂ ਦੀ, ਜਿਹੜੇ ਗੁਰੂ ਨਾਨਕ ਸਾਹਿਬ ਦੀ ਗੋਦ ਵਿੱਚ ਰਹਿੰਦੇ ਨੇ, ਉਹਨਾਂ ਦੀ ਚਰਨ ਧੂੜ ਜਿਹੜੀ ਹੈ ਉਹ ਹਾਸਲ ਕਰਨ ਦਾ ਮੌਕਾ ਮਿਲਿਆ। ਸੋ ਠੀਕ ਇਸੇ ਤਰੀਕੇ ਨਾਲ ਨਨਕਾਣਾ ਸਾਹਿਬ ਤੋਂ, ਕਰਤਾਰਪੁਰ ਸਾਹਿਬ ਤੋਂ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਦਰਸ਼ਨ ਵੀ ਕਰਾਵਾਂਗੇ ਤੇ ਨਾਲ ਮੌਜੂਦਾ ਇਤਿਹਾਸ ਤੇ ਅੱਜ ਉਸ ਇਤਿਹਾਸ ਤੋਂ ਆਪਣੇ ਵਰਤਮਾਨ ਲਈ ਸਾਡੇ ਕੋਲ ਕੀ ਮੈਸੇਜ ਹੈ ਤੇ ਆਪਣਾ ਭਵਿੱਖ ਅਸੀਂ ਕਿਵੇਂ ਬਦਲ ਸਕਦੇ ਹਾਂ, ਇਹਦੇ ਬਾਰੇ ਗੱਲਬਾਤ ਸਾਂਝੀ ਕਰਦੇ ਰਹਾਂਗੇ। ਅੱਜ ਇੱਥੇ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।